ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुਰਾਂ ਦੇ ਹਜ਼ੂਰ ਜੁੜਨ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜਨ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੇ ਹਜ਼ੂਰ ਬਹਿ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਸਮਝਾਉਂਦੇ ਕਿ ਇਸ ਸੰਸਾਰ ਵਿੱਚ ਲੋਕ ਆਪਣੇ ਆਪ ਨੂੰ ਬਹੁਤ ਸਿਆਣਾ ਜਾਣਦੇ ਨੇ, ਆਪਣੇ ਆਪ ਨੂੰ ਬਹੁਤ ਚਤੁਰ ਸਮਝਦੇ ਨੇ, ਪਰ ਸਤਿਗੁਰੂ ਕਹਿੰਦੇ ਉਹਨਾਂ ਦੀ ਚਤੁਰਤਾ, ਉਹਨਾਂ ਦੀ ਸਿਆਣਪ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਲੰਘਾਉਣ ਵਿੱਚ ਸਹਾਇਕ ਨਹੀਂ ਹੁੰਦੀ। ਉਹਨਾਂ ਦੀ ਬੁੱਧੀ, ਉਹਨਾਂ ਦੀ ਸਿਆਣਪ ਉਹੀ ਉਹਨਾਂ ਨੂੰ ਡੁਬੋਣ ਦਾ ਕਾਰਨ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਤੱਕ ਬੰਦਾ ਗੁਰੂ ਦੀ ਮੱਤ ਨਹੀਂ ਨਾ ਲੈਂਦਾ, ਉਦੋਂ ਤੱਕ ਉਹ ਅਣਜਾਣ ਹੀ ਹੁੰਦਾ ਹੈ। ਉਦੋਂ ਤੱਕ ਉਹ ਇੱਕ ਛੋਟਾ ਬੱਚਾ, ਇੱਕ ਅਣਜਾਣ ਜਿਹਾ ਬੱਚਾ ਹੈ, ਨਿਆਣਾ, ਨਾ ਸਮਝ। ਜਦੋਂ ਗੁਰੂ ਦੇ ਕੋਲੋਂ ਅਸੀਂ ਸਮਝ ਲੈਂਦੇ ਹਾਂ, ਗੁਰੂ ਦੇ ਕੋਲੋਂ ਸਾਨੂੰ ਸੂਝ ਹਾਸਲ ਹੁੰਦੀ ਹੈ, ਤਦੋਂ ਅਸੀਂ ਸਹੀ ਮਾਇਨੇ ਵਿੱਚ ਸਿਆਣੇ ਹੁੰਦੇ ਹਾਂ। ਸਹੀ ਅਰਥਾਂ ਵਿੱਚ ਸਾਨੂੰ ਸਿਆਣਪ ਤਦੋਂ ਆਉਂਦੀ ਹੈ। ਅੱਜ ਦੇ ਇਸ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਐਵੇਂ ਧਾਰਨ ਕਰ ਲਵੋ, ਗੁਰੂ ਦੀ ਮੱਤ ਨੂੰ ਆਪਣੇ ਅੰਦਰ ਵਸਾ ਲਵੋ ਕਿ ਮਨ ਦੀਆਂ ਮੱਤਾਂ ਸਭ ਬਿਨਸ ਜਾਣ। ਐਸਾ ਗੁਰਮਤ ਰਮਤ ਸਰੀਰਾ। ਸਤਿਗੁਰੂ ਕਹਿੰਦੇ ਐਸੀ ਗੁਰੂ ਦੀ ਮੱਤ ਆਪਣੇ ਹਿਰਦੇ ਵਿੱਚ ਧਾਰਨ ਕਰ, ਆਪਣੇ ਸਰੀਰ ਵਿੱਚ ਵਸਾ। ਹਰ ਭਜ ਮੇਰੇ ਮਨ ਗਹਿਰ ਗੰਭੀਰਾ, ਕਿ ਜਿਸ ਨਾਲ ਹੈ ਮੇਰੇ ਮਨ ਤੂੰ ਉਸ ਗਹਿਰ ਗੰਭੀਰ ਵਾਹਿਗੁਰੂ ਨੂੰ ਭਜ ਸਕੇ, ਉਹਨੂੰ ਸਿਮਰ ਸਕੇ। ਐਸੀ ਗੁਰਮਤ ਧਾਰਨ ਕਰ ਕਿ ਇਹ ਮਨ ਉਸ ਵਾਹਿਗੁਰੂ ਦੇ ਭਜਨ ਵਿੱਚ ਲੱਗ ਜਾਵੇ, ਇਹ ਮਨ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਜਾਵੇ। ਸਤਿਗੁਰੂ ਕਹਿੰਦੇ ਹੇ ਮਨ ਗੁਰੂ ਦੀ ਮੱਤ ਲੈ, ਗੁਰ ਕੀ ਮੱਤ ਤੂੰ ਲੈ ਆਨੇ। ਹੇ ਨਿਆਣੇ, ਹੇ ਅਣਜਾਣ ਬੰਦੇ, ਤੂੰ ਗੁਰੂ ਦੀ ਮੱਤ ਲੈ। ਭਗਤ ਬਿਨਾ ਡੂਬੇ ਬਹੁ ਸਿਆਣੇ। ਭਗਤੀ ਤੋਂ ਬਿਨਾ, ਗੁਰੂ ਦੀ ਮੱਤ ਲਏ ਬਿਨਾ ਬੜੇ ਬੜੇ ਸਿਆਣੇ ਇੱਥੇ ਡੁੱਬ ਗਏ। ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਕਿ ਅਸੀਂ ਬੜੇ ਸਿਆਣੇ ਆ, ਬੜੇ ਸੂਝਵਾਨ ਆ, ਉਹ ਡੁੱਬ ਗਏ।
ਤੇ ਜਿਨ੍ਹਾਂ ਨੂੰ ਕਹਿੰਦੇ ਸਨ ਬੱਚੇ, ਨਾ ਸਮਝ, ਇਹਨਾਂ ਨੂੰ ਸੂਝ ਨਹੀਂ ਹੈ, ਇਹਨਾਂ ਨੂੰ ਅਕਲ ਨਹੀਂ ਹੈ, ਇਹ ਅਣਜਾਣ ਨੇ, ਉਹ ਪਾਰ ਲੰਘ ਗਏ, ਕਿਉਂਕਿ ਉਹਨਾਂ ਨੇ ਗੁਰੂ ਦੀ ਮੱਤ ਲੈ ਲਈ, ਉਹਨਾਂ ਨੇ ਗੁਰੂ ਦਾ ਪੱਲਾ ਫੜ ਲਿਆ। ਗੁਰੂ ਦਾ ਪੱਲਾ ਫੜ ਕੇ, ਗੁਰੂ ਦਾ ਲੜ ਫੜ ਕੇ ਉਹ ਪਾਰ ਲੰਘ ਗਏ। ਤੇ ਮਨਮੁਖ ਉਹ ਆਪਣੇ ਮਨ ਮਗਰ ਲੱਗੇ ਰਹੇ, ਤੇ ਮਨ ਮਗਰ ਲੱਗਣ ਦੀ ਵਜ੍ਹਾ ਕਰਕੇ ਹੀ ਉਹ ਡੁੱਬ ਗਏ, ਕਿਉਂਕਿ ਮਨ ਦੀ ਮੱਤ ਨੇ ਉਹਨਾਂ ਨੂੰ ਕੁਰਾਹੇ ਪਾਈ ਰੱਖਿਆ। ਮਨ ਦੀ ਮੱਤ ਬੰਦੇ ਨੂੰ ਇਹੀ ਕਹਿੰਦੀ ਹੈ ਕਿ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਮਨ ਦੀ ਮੱਤ ਬੰਦੇ ਨੂੰ ਇਹੀ ਭਰੋਸਾ ਦਿਵਾਉਂਦੀ ਹੈ ਕਿ ਤੂੰ ਸਭ ਤੋਂ ਚੰਗਾ ਹੈ, ਤੂੰ ਜੋ ਕਰ ਰਿਹਾ ਹੈ ਭਲਾ, ਤੂੰ ਆਪਣੇ ਭਲੇ ਦੇ ਲਈ ਕਿਸੇ ਦਾ ਨੁਕਸਾਨ ਵੀ ਕਰ ਰਿਹਾ ਹੈ ਤਾਂ ਵੀ ਚੰਗਾ ਹੈ। ਮਨ ਦੀ ਮੱਤ ਇਹੀ ਬੰਦੇ ਨੂੰ ਕਹਿੰਦੀ ਹੈ ਕਿ ਇਹੀ ਭਲਾ ਹੈ, ਕਿਉਂਕਿ ਤੂੰ ਚੰਗਾ ਕਰ ਰਿਹਾ, ਤੂੰ ਮਾੜਾ ਤੇ ਕੁਝ ਕਰ ਹੀ ਨਹੀਂ ਰਿਹਾ, ਤੂੰ ਆਪਣੇ ਪਰਿਵਾਰ, ਆਪਣੇ ਬੱਚਿਆਂ ਲਈ ਤੇ ਕਰ ਰਿਹਾ ਸਭ ਕੁਝ। ਇਸ ਲਈ ਬੰਦਾ ਆਪਣੀ ਗਲਤ ਗੱਲ ਨੂੰ ਵੀ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਹੀ ਠਹਿਰਾਉਂਦਾ ਹੈ। ਉਹ ਬੇਈਮਾਨੀ ਵੀ ਕਰਦਾ ਹੈ ਤਾਂ ਉਹ ਉਸ ਨੂੰ ਵੀ ਚੰਗਾ ਸਿੱਧ ਕਰਦਾ ਹੈ ਕਿ ਮੈਂ ਬੇਈਮਾਨੀ ਕਰਦਾ ਕਿਉਂਕਿ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਬੱਚੇ ਪਾਲਣੇ ਨੇ, ਪਰਿਵਾਰ ਪਾਲਣਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਨਾਲ ਜੁੜ, ਉਸ ਪਰਮੇਸ਼ਰ ਨਾਲ ਸਾਂਝ ਪਾ, ਗੁਰੂ ਦੀ ਮੱਤ ਲੈ ਤੇ ਉਸ ਵਾਹਿਗੁਰੂ ਨੂੰ ਸਿਮਰ। ਹਰ ਭਜ ਮਨ ਮੇਰੇ ਗਹਿਰ ਗੰਭੀਰਾ, ਉਹ ਗਹਿਰ ਗੰਭੀਰ ਵਾਹਿਗੁਰੂ, ਉਹਨੂੰ ਭਜ। ਐਸਾ ਗੁਰਮਤ ਰਮਤ ਸਰੀਰਾ, ਸਤਿਗੁਰੂ ਕਹਿੰਦੇ ਐਸੀ ਮੱਤ ਲੈ, ਐਸਾ ਗੁਰੂ ਦਾ ਸ਼ਬਦ ਹਿਰਦੇ ਵਿੱਚ ਧਾਰਨ ਕਰ ਕਿ ਉਸ ਵਾਹਿਗੁਰੂ ਨਾਲ ਸਾਂਝ ਪੈ ਜਾਵੇ, ਉਸ ਪਰਮੇਸ਼ਰ ਨਾਲ ਇੱਕ ਮਿਕਤਾ ਹੋ ਜਾਵੇ। ਇਸ ਲਈ ਗੁਰੂ ਦੀ ਮੱਤ ਲੈ। ਮੱਤ ਅਤੇ ਗੁਰਮਤ, ਮੱਤ ਸਾਨੂੰ ਆਪਣੇ ਭਲੇ ਦੀ ਹੀ ਗੱਲ ਸਿਖਾਉਂਦੀ ਕਿ ਆਪਣਾ ਭਲਾ ਦੇਖ, ਦੂਸਰੇ ਦਾ ਕੀ ਲੈਣਾ ਹੈ, ਦੂਸਰੇ ਨਾਲ ਕੋਈ ਮਤਲਬ ਨਹੀਂ। ਇਸ ਲਈ ਬੰਦਾ ਆਪਣਾ ਭਲਾ ਦੇਖਦਾ ਪਹਿਲਾਂ। ਪਰ ਗੁਰਮੁਖ ਐਸਾ ਹੈ, ਉਹ ਗੁਰੂ ਦੀ ਮੱਤ ਤੇ ਚੱਲ ਕੇ ਉਹ ਆਪਣਾ ਨੁਕਸਾਨ ਕਰਾ ਕੇ ਵੀ ਦੂਸਰੇ ਦਾ ਭਲਾ ਕਰ ਦਿੰਦਾ ਹੈ। ਉਹ ਆਪਣਾ ਆਪਾ ਵਾਰ ਕੇ ਵੀ ਦੂਸਰੇ ਦਾ ਭਲਾ ਕਰਦਾ ਹੈ। ਪਰਉਪਕਾਰੀ ਐਸਾ ਹੀ ਹੈ, ਆਪ ਉਸ ਨੂੰ ਦੁੱਖ ਵੀ ਝੱਲਣਾ ਪੈਦਾ ਹੈ, ਦੁਨੀਆ ਵਿੱਚ ਇਨਸਲਟ ਵੀ ਝੱਲਣੀ ਪੈਦਾ ਹੈ, ਉਹ ਤਾਂ ਵੀ ਉਸ ਕੰਮ ਨੂੰ ਕਰਨ ਤੋਂ ਪਿੱਛੇ ਨਹੀਂ ਹਟਦਾ। ਤੁਸੀਂ ਭਾਈ ਲੱਦੇ ਬਾਰੇ ਸੁਣਿਆ ਹੋਣਾ। ਗੁਰੂ ਅਰਜਨ ਦੇਵ ਮਹਾਰਾਜ ਦਾ ਬੜਾ ਪਰਉਪਕਾਰੀ ਸਿੱਖ ਸੀ। ਗੁਰੂ ਘਰ ਦੇ ਵਿੱਚ ਗੁਰੂ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਰਬਾਬੀ, ਸੱਤਾ ਤੇ ਬਲਵੰਡ, ਜਿਨ੍ਹਾਂ ਨੇ ਮਾਇਆ ਦੇ ਲੋਭ ਵਿੱਚ ਆ ਕੇ ਗੁਰੂ ਸਾਹਿਬ ਨੂੰ ਕੁਝ ਮੰਦਾ ਚੰਗਾ ਬੋਲ ਦਿੱਤਾ, ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਥੇ ਨਾਲ ਲੱਗਣ ਲਈ ਕਿਹਾ। ਸਤਿਗੁਰੂ ਜੀ ਨਾਰਾਜ਼ ਹੋਏ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਅਪਸ਼ਬਦ ਬੋਲੇ।
ਤਾਂ ਉਹ ਬਹੁਤ ਦੁਖੀ ਹੋਏ ਬਾਅਦ ਵਿੱਚ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਬੜਾ ਪਛਤਾਵਾ ਹੋਇਆ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ। ਪਰ ਹੁਣ ਗੁਰੂ ਸਾਹਿਬ ਨਾਲ ਮਿਲਾਪ ਕਿਵੇਂ ਹੋਵੇ? ਕਿਉਂਕਿ ਗੁਰੂ ਸਾਹਿਬ ਨੇ ਤਾਂ ਕਿਹਾ ਹੈ ਕਿ ਇਹ ਸਾਡੇ ਮੱਥੇ ਨਾ ਲੱਗਣ ਦੋਨੋਂ ਜਾਣੇ। ਹੁਣ ਮਿਲਾਵੇ ਕੌਣ? ਕਿਉਂਕਿ ਜਿਹੜਾ ਮਿਲਾਏਗਾ ਉਹੀ ਗੁਰੂ ਦਾ ਦੋਖੀ ਹੋਏਗਾ। ਜਿਹੜਾ ਇਹਨਾਂ ਨੂੰ ਮਿਲੇਗਾ, ਕੋਈ ਵੀ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਕੋਈ ਵੀ ਸਿੱਖ, ਉਹ ਜਿਸ ਵੀ ਸਿੱਖ ਦੇ ਕੋਲ ਜਾਣ, ਇੱਕ ਤਾਂ ਉਹ ਰੋਗੀ ਹੋ ਗਏ, ਦੂਸਰਾ ਗੁਰੂ ਤੋਂ ਬੇਮੁਖ ਹੋ ਗਏ। ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਬੜੇ ਦੁਖੀ, ਬੜੇ ਪਰੇਸ਼ਾਨ, ਇੱਧਰ ਉੱਧਰ ਖੱਜਲ ਹੁੰਦੇ ਫਿਰਦੇ ਨੇ, ਲੱਭਦੇ ਫਿਰਦੇ ਨੇ ਕੋਈ ਸਹਾਰਾ। ਤਾਂ ਭਾਈ ਲੱਦੇ ਦੇ ਕੋਲ ਪਹੁੰਚਦੇ ਨੇ। ਭਾਈ ਲੱਦੇ ਨੂੰ ਮਿਲਦੇ ਨੇ, ਆ ਕੇ ਘਰ ਦਰਵਾਜ਼ਾ ਖੜਕਾਉਂਦੇ ਨੇ। ਭਾਈ ਲੱਦਾ ਦੇਖ ਕੇ ਉਹ ਵੀ ਮੂੰਹ ਫੇਰਦਾ ਹੈ ਪਹਿਲਾਂ, ਪਰ ਉਹਨਾਂ ਨੇ ਗੁਰੂ ਦਾ ਵਾਸਤਾ ਦਿੱਤਾ ਕਿ ਸਾਨੂੰ ਕਿਰਪਾ ਕਰਕੇ ਗੁਰੂ ਨਾਲ ਮਿਲਾ ਦੇ, ਤੈਨੂੰ ਗੁਰੂ ਦਾ ਵਾਸਤਾ। ਭਾਈ ਲੱਦੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਤੁਹਾਨੂੰ ਕੁਝ ਕਿਹਾ ਹੋਣਾ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜਿਹੜਾ ਤੁਹਾਨੂੰ ਇੱਥੇ ਲੈ ਕੇ ਆਏਗਾ ਨਾ, ਉਹਦਾ ਮੂੰਹ ਕਾਲਾ ਕਰਾਂਗੇ। ਭਾਈ ਲੱਦਾ ਕਹਿੰਦਾ ਬਸ ਇਹੀ ਹੱਲ ਹੈ, ਇਹੀ ਹੱਲ ਹੈ। ਗੁਰੂ ਸਾਹਿਬ ਨੇ ਹੱਲ ਵੀ ਦੱਸ ਦਿੱਤਾ ਹੈ। ਭਾਈ ਲੱਦੇ ਨੇ ਆਪ ਹੀ ਆਪਣਾ ਮੂੰਹ ਕਾਲਾ ਕਰ ਲਿਆ। ਹੁਣ ਜਰਾ ਤੁਸੀਂ ਇਸ ਗੱਲ ਨੂੰ ਸੋਚ ਕੇ ਵੇਖੋ ਕਿ ਅਸੀਂ ਆਪਣੇ ਹੱਥੀਂ ਆਪਣਾ ਮੂੰਹ ਕਾਲਾ ਕਰਨ ਵਾਸਤੇ ਕਦੇ ਵੀ ਤਿਆਰ ਨਹੀਂ ਹੋਵਾਂਗੇ। ਕਿਸੇ ਦੂਸਰੇ ਦੀ ਖਾਤਰ, ਕਿ ਕਿਸੇ ਦੂਸਰੇ ਨੂੰ ਗੁਰੂ ਕਿਰਪਾ ਕਰਕੇ ਆਪਣੇ ਲੜ ਲਾ ਲਵੇ, ਇਸ ਗੱਲ ਦੇ ਲਈ, ਦੂਸਰੇ ਦੇ ਭਲੇ ਲਈ ਆਪਣਾ ਮੂੰਹ ਕਾਲਾ ਕੌਣ ਕਰਦਾ ਹੈ? ਕਿ ਦੂਸਰੇ ਨੂੰ ਗੁਰੂ ਸ਼ਰਨ ਰੱਖ ਲਵੇ, ਉਹਦੇ ਤੇ ਕਿਰਪਾ ਕਰਦਾ, ਜਿਹਦੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਬਸ ਇੰਨਾ ਕੁ ਪਤਾ ਕਿ ਹਾਂ ਇਹ ਗੁਰੂ ਦੇ ਸਿੱਖ ਨੇ, ਬਸ ਇਸ ਤੋਂ ਵੱਧ ਕੇ ਹੋਰ ਕੁਝ ਪਤਾ ਨਹੀਂ। ਕਿਉਂਕਿ ਮੂੰਹ ਕਾਲਾ ਸਾਡੇ ਸਮਾਜ ਵਿੱਚ ਉਸ ਬੰਦੇ ਦਾ ਕੀਤਾ ਜਾਂਦਾ ਹੈ ਜਿਸ ਬੰਦੇ ਨੇ ਕੋਈ ਬਹੁਤ ਵੱਡਾ ਬਜਰ ਗੁਨਾਹ ਕੀਤਾ ਹੋਵੇ। ਮੂੰਹ ਕਾਲਾ ਕਰਕੇ ਗਧੇ ਤੇ ਬਿਠਾ ਕੇ ਸਾਰੇ ਪਿੰਡ ਵਿੱਚ ਘੁਮਾਇਆ ਜਾਂਦਾ ਹੈ। ਭਾਈ ਲੱਦੇ ਨੇ ਆਪਣਾ ਮੂੰਹ ਕਾਲਾ ਕਰ ਲਿਆ, ਗਧਾ ਪਿੰਡ ਵਿੱਚੋਂ ਕੋਈ ਫੜ ਲਿਆ ਤੇ ਉਹਦੇ ਤੇ ਬਹਿ ਗਿਆ। ਇਹਨਾਂ ਦੋਨਾਂ ਨੂੰ ਲੈ ਤੁਰਿਆ ਨਾਲ, ਇੱਕ ਲੈ ਲਿਆ ਨਾਲ ਢੋਲ ਵਾਲਾ, ਉਹ ਢੋਲ ਵਜਾਉਂਦਾ ਜਾਂਦਾ ਹੈ। ਅੱਗੇ ਅੱਗੇ ਭਾਈ ਲੱਦਾ ਗਧੇ ਤੇ ਬੈਠਾ ਪਿੱਛੇ ਪਿੱਛੇ ਚੱਲਿਆ ਜਾਂਦਾ ਹੈ। ਉਹਦੇ ਮਗਰ ਸੱਤਾ ਤੇ ਬਲਵੰਡ ਦੋਨੋਂ ਤੁਰੇ ਜਾਂਦੇ ਨੇ। ਗੁਰੂ ਸਾਹਿਬ ਦੇ ਦਰ ਪਹੁੰਚ ਜਾਂਦੇ ਨੇ ਅੰਮ੍ਰਿਤਸਰ। ਭਾਈ ਲੱਦੇ ਨੂੰ ਦੇਖ ਕੇ ਗੁਰੂ ਸਾਹਿਬ ਨੇ ਆਖਿਆ ਕਿ ਲੱਦਿਆ ਤੂੰ ਬੜਾ ਪਰਉਪਕਾਰੀ ਹੈ, ਤੂੰ ਪ੍ਰਵਾਹ ਨਹੀਂ ਕਰਦਾ ਕਿ ਮੇਰੀ ਬੇਇੱਜ਼ਤੀ ਹੋਵੇਗੀ, ਤੂੰ ਪ੍ਰਵਾਹ ਨਹੀਂ ਕਰਦਾ ਕਿ ਲੋਕ ਮੈਨੂੰ ਮੰਦਾ ਕਹਿਣਗੇ। ਸਤਿਗੁਰੂ ਕਹਿੰਦੇ ਐਸਾ ਗੁਰਮਤ ਰਮਤ ਸਰੀਰਾ, ਐਸੀ ਗੁਰਮਤ ਧਾਰਨ ਕਰ ਕਿ ਉਸ ਵਾਹਿਗੁਰੂ ਨਾਲ ਜੁੜ ਸਕੇ, ਉਸ ਪਰਮੇਸ਼ਰ ਨਾਲ। ਹਰ ਭਜ ਮੇਰੇ ਮਨ ਗਹਿਰ ਗੰਭੀਰਾ, ਉਸ ਵਾਹਿਗੁਰੂ ਨੂੰ ਭਜ ਕਿ ਉਸ ਪ੍ਰਮਾਤਮਾ ਦੀ ਖਾਤਰ, ਉਸ ਵਾਹਿਗੁਰੂ ਦੀ ਖਾਤਰ ਤੂੰ ਕੁਛ ਵੀ ਕਰ ਗੁਜ਼ਰੇ। ਐਸੀ ਗੁਰਮਤ ਧਾਰਨ ਕਰ।
ਸਤਿਗੁਰੂ ਕਹਿੰਦੇ ਜਦੋਂ ਬੰਦੇ ਨੂੰ ਮੱਤ ਆ ਜਾਂਦੀ ਹੈ ਤਾਂ ਉਹਦੇ ਕੋਲ ਜੋ ਮੱਤ ਹੈ ਉਹ ਦੂਸਰਿਆਂ ਲਈ ਨਹੀਂ ਹੈ। ਸਾਡੀ ਦੁਨੀਆ ਥੋੜੀ ਉਲਟੇ ਪਾਸੇ ਨੂੰ ਚੱਲਦੀ ਹੈ ਕਿ ਬੰਦੇ ਕੋਲ ਮੱਤ ਤਾਂ ਹੈ ਪਰ ਆਪਣੇ ਲਈ ਨਹੀਂ, ਦੂਸਰਿਆਂ ਲਈ। ਬੰਦੇ ਦੇ ਹੱਥ ਦੇ ਵਿੱਚ ਦੀਵਾ ਤਾਂ ਹੈ ਪਰ ਖੁਦ ਦੇਖਣ ਲਈ ਨਹੀਂ, ਦੂਸਰਿਆਂ ਨੂੰ ਦਿਖਾਉਣ ਲਈ, ਕਿ ਦੂਸਰੇ ਰਾਹ ਵੇਖ ਲੈਣ, ਦੂਸਰੇ ਦੇਖ ਲੈਣ ਕਿ ਮੇਰੇ ਹੱਥ ਵਿੱਚ ਦੀਵਾ ਹੈ। ਦੂਸਰਿਆਂ ਨੂੰ ਪਤਾ ਲੱਗਦਾ ਹੈ ਕਿ ਇਸ ਬੰਦੇ ਨੂੰ ਬੜਾ ਚਾਨਣ ਹੈ, ਬੜਾ ਗਿਆਨ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਬੰਦੇ ਨੂੰ ਮੱਤ ਆ ਜਾਂਦੀ ਹੈ ਨਾ ਤਾਂ ਉਹ ਦੂਸਰਿਆਂ ਨੂੰ ਸਮਝਾਉਣ ਵਾਲੇ ਪਾਸੇ ਨਹੀਂ ਤੁਰਦਾ, ਉਹ ਖੁਦ ਸਮਝਦਾ ਹੈ। ਉਹ ਦੂਸਰਿਆਂ ਨੂੰ ਰਾਹ ਦਿਖਾਉਣ ਨਹੀਂ ਤੁਰਦਾ ਕਿ ਦੂਸਰੇ ਰਾਹ ਦੇਖ ਲੈਣ, ਉਹ ਖੁਦ ਉਸ ਰਾਹ ਤੇ ਤੁਰਦਾ ਹੈ। ਸਾਡੀ ਦੁਨੀਆ ਐਸੀ ਹੈ ਕਿ ਜਦੋਂ ਬੰਦਾ ਕੁਝ ਜਾਣ ਲੈਂਦਾ ਉਹ ਕਹਿੰਦਾ ਕਿ ਦੂਸਰਿਆਂ ਨੂੰ ਤੋਰਾਂ ਮੈਂ ਇਸ ਰਾਹ ਤੇ, ਧਰਮ ਦੇ ਰਾਹ ਤੇ ਦੂਸਰੇ ਤੁਰ ਪੈਣ, ਚੰਗੇ ਕੰਮ ਦੂਸਰੇ ਕਰਨ। ਹਰ ਬੰਦਾ ਜਿਹਨੂੰ ਕਿਹਨੂੰ ਮਰਜ਼ੀ ਪੁੱਛ ਲਓ, ਜਿਹਨੂੰ ਵੀ ਇਸ ਤਰ੍ਹਾਂ ਵੇਖ ਲਓ, ਉਹ ਇਹੀ ਗੱਲਾਂ ਕਰਦਾ ਨਜ਼ਰ ਆਉਂਦਾ ਹੈ। ਉਹ ਦੂਸਰਿਆਂ ਨੂੰ ਕਹਿ ਰਿਹਾ ਕਿ ਤੁਸੀਂ ਕਰੋ ਭਾਈ, ਚੰਗੇ ਕੰਮ ਕਰੋ, ਸੱਚ ਬੋਲੋ, ਇਮਾਨਦਾਰੀ ਨਾਲ ਜੀਵਨ ਜੀਵੋ, ਇਮਾਨਦਾਰੀ ਨਾਲ ਆਪਣਾ ਕੰਮ ਕਰੋ। ਪਰ ਉਹ ਦੂਸਰਿਆਂ ਨੂੰ ਹੀ ਕਹਿੰਦਾ ਹੈ। ਸਾਰੀ ਦੁਨੀਆ ਇੱਕ ਦੂਸਰੇ ਨੂੰ ਕਹਿਣ ਤੇ ਲੱਗੀ ਹੋਈ ਹੈ ਪਰ ਆਪ ਕੋਈ ਉਹਦੇ ਮੁਤਾਬਕ ਕੁਝ ਨਹੀਂ ਕਰਦਾ। ਪਰ ਸਤਿਗੁਰੂ ਕਹਿੰਦੇ ਗੁਰਮੁਖ ਜਿਹੜਾ ਹੈ, ਜਿਹਨੇ ਗੁਰੂ ਦੀ ਮੱਤ ਧਾਰਨ ਕਰ ਲਈ, ਉਹ ਕਿਸੇ ਨੂੰ ਨਹੀਂ ਸਮਝਾਉਣ ਜਾਂਦਾ, ਉਹ ਖੁਦ ਸਮਝਦਾ। ਕਿਸ ਕੋ ਕਹੈ ਸੁਣਾਵੇ ਕਿਸ ਕੋ, ਕਿਸ ਸਮਝਾਵੇ ਸਮਝ ਰਹੇ। ਸਤਿਗੁਰੂ ਕਹਿੰਦੇ ਜਿਹਨੇ ਗੁਰੂ ਦੀ ਮੱਤ ਲਈ, ਉਹਨੂੰ ਇਹ ਗੱਲ ਸਮਝ ਆ ਗਈ ਕਿ ਕਿਹਨੂੰ ਕਹੀਏ, ਕਿਹਨੂੰ ਸਮਝਾਈਏ। ਦੁਨੀਆ ਕਦੇ ਕਿਸੇ ਦੇ ਸਮਝਾਇਆ ਸਮਝੀ ਹੈ? ਕਦੇ ਵੀ ਨਹੀਂ। ਇਸ ਸੰਸਾਰ ਵਿੱਚ ਕਿੰਨੀ ਧਰਮ ਦੀ ਚਰਚਾ ਹੋ ਰਹੀ ਹੈ, ਕਿੰਨੀਆਂ ਗੱਲਾਂ ਹੋ ਰਹੀਆਂ ਕਿ ਸੱਚ ਦੇ ਰਾਹ ਤੇ ਤੁਰੋ ਭਾਈ, ਇਮਾਨਦਾਰੀ ਨਾਲ ਆਪਣਾ ਕਰਮ ਕਰੋ। ਕਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਹੋ ਰਹੀਆਂ, ਕਿੰਨੇ ਕਿੰਨੇ ਧਰਮ ਦੇ ਸਮਾਗਮ ਹੋ ਰਹੇ ਨੇ ਵੱਖ-ਵੱਖ ਥਾਈਂ, ਹਿੰਦੂਆਂ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ, ਕਿੰਨੀਆਂ ਕਿੰਨੀਆਂ ਧਰਮ ਦੀਆਂ ਚਰਚਾ ਹੋ ਰਹੀਆਂ। ਪਰ ਉਹ ਕਿਸ ਲਈ? ਦੂਸਰਿਆਂ ਲਈ, ਦੂਸਰਿਆਂ ਦੀ ਖਾਤਰ। ਬਿਲਕੁਲ ਐਸਾ ਹੈ ਕਿ ਚੋਰ ਕਹਿ ਰਿਹਾ ਹੋਵੇ ਕਿ ਭਾਈ ਚੋਰੀ ਕਰਨੀ ਗਲਤ ਕੰਮ ਹੈ। ਐਸੀ ਹਾਲਤ ਹੋਈ ਪਈ ਹੈ ਅੱਜ ਸਮਾਜ ਦੀ ਕਿ ਚੋਰ ਕਹਿ ਰਿਹਾ ਕਿ ਚੋਰੀ ਕਰਨੀ ਛੱਡ ਦਿਓ, ਹੁਣ ਉਹ ਖੁਦ ਚੋਰੀ ਕਰ ਰਿਹਾ ਹੈ। ਸਤਿਗੁਰੂ ਕਹਿੰਦੇ ਇੰਜ ਨਹੀਂ। ਇਸ ਲਈ ਕਿਹਨੂੰ ਸਮਝਾਈਏ? किस को कहे सुनावे किसको, किनू कहिए किनू सुनाइए, किस समझावे समझ रहे, किनू समझाइए, कौन समझदा है? इत्थे कोई नहीं समझदा। इसलिए सतगुरु कहंदे किसे नू समझाउण दी, किसे नू पढ़ाउण दी जरूरत नहीं, तू खुद समझ, तू खुद जान। तू दूसरिਆਂ ਨੂੰ ਕਹਿਣ ਦੀ ਬਜਾਏ ਕਿ ਵਾਹਿਗੁਰੂ ਦਾ ਨਾਮ ਜਪੋ, ਤੂੰ ਖੁਦ ਜਪ। ਦੂਸਰੇ ਨੇ ਜਦੋਂ ਜਪਣਾ ਹੋਏਗਾ ਉਹ ਜਪ ਲਏਗਾ, ਤੂੰ ਆਪਣਾ ਕੰਮ ਕਰ। ਇਸ ਲਈ ਸਤਿਗੁਰੂ ਕਹਿੰਦੇ ਕਿਸੈ ਪੜਾਵੇ ਪੜ ਗੁਣ ਬੂਝੇ। किस नूं पढ़ावांगे, किस नूं कहांगे कि भाई गुरु दी बाणी पढ़ो। सतगुरु कहंदे
पढ़ गुण बूझे, कौन पढ़ के बुझदा है। कोई विरला है जिहड़ा सतगुर शब्द संतोख रहे, जिहड़ा गुरु दे शब्द नूं पढ़ के बुझ के समझ के संतोख विच रहिंदा है, सबर विच जीवन जिउंदा है। पढ़दे तां बहुत सारे ने गुरु दी बाणी, गुरु दा शब्द, पर सब दे जीवन विच संतोख थोड़ी है। सतगुरु तां कहंदा है कि रुखी मिस्सी खाए का ठंडा पानी पीओ, पर की इस शब्द नूं पढ़ के सब ऐसा करदे ने? नहीं। कि सब दे अंदर सबर संतोख है? नहीं। कोई विरला है जिहड़ा इस शब्द नूं पढ़ के समझदा है, कोई विरला है जिहड़ा गुरु दी मत ते तुरदा है। सब नहीं। जे सब ऐसा करन लग जाण, सब ऐसा ही गुरु दी मत ते तुर पैण, तां साडा समाज सवर क्यों ना जावे? सतगुरु कहंदे पर का बुरा ना राखो चीत। जे सारे जाने इस शब्द नूं पढ़ के हिरदे विच वसा लैण ते किसे दा भी बुरा ना करन ना सोचण, तां साडा समाज स्वर्ग क्यों ना बन जाए? इसलिए सतगुरु कहंदे किहनूं कहना ते किहनूं समझाउणा इहदी जरूरत नहीं। तू अपने आप नूं समझा, तू आप तुर सच दे मार्ग ते, तू आप सिमर। इसलिए ये ख्याल रखना कि असीं जैसा दूसरिਆਂ ਨੂੰ देखना चाहते हैं ना, वैसा खुद बन जाइए। दूसरे ਨੂੰ ईमानदार देखना चाहते हैं, खुद ईमानदार हो जाइए। दूसरे ਨੂੰ चंगा देखना चाहते हैं, खुद चंगे हो जाइए। दूसरे ਨੂੰ रब रब करदे देखना चाहते हैं, खुद रब रब करन लग जाइए। दूसरिਆਂ ਦੇ अंदर शरधा देखनी चाहते हैं, अपने अंदर शरधा पैदा कर लीए। दूसरिਆਂ ਨੂੰ देखना चाहते हैं कि वह सेवा करन, असी खुद सेवा करन लग जाइए। बस जैसा असी दुनिया ਨੂੰ देखना चाहते हैं वैसे खुद हो जाइए, तो सब कुछ सवर जाता है। पर बंदा आप वो कुछ नहीं करना चाहता, पर दूसरिਆਂ ਨੂੰ ओहो जिहा देखना चाहता है। बंदा चाहता है कि पत्नी इस तरह की हो जाए, पर आप उस तरह का नहीं होना चाहता। हूबहू पत्नी भी ऐसा ही, वो कहती पति इस तरह का हो जाए, पर आप नहीं। इसे करके घर चों कलेश नहीं जाता। इसे करके साडे मनां दे विचों एक दूसरे दे प्रति ईर्षा नहीं जाती, क्योंकि असी सोचते कुछ, कहते कुछ हाँ ते करते कुछ हाँ। इसलिए जैसा किसी होर नूं देखना चाहते हैं वैसा आप हो जाइए, तां ओहो जिहे लोग दिसण लग जाणगे। जे साडे अंदर शरधा होएगी तो दूसरिਆਂ विच भी शरधा दिसण लग जाएगी। साडे अंदर प्रेम होएगा तो दूसरिਆਂ अंदर भी प्रेम दिसण लग पवेगा। जो साडे अंदर नहीं है वो सानू दूसरिਆਂ अंदर भी नहीं दिसदा। साडे अंदर शरधा नहीं, इस करके सानू दूसरे दे विच भी शरधा दिसदी नहीं। इस करके सतगुरु कहंदे किसे नू समझा ना, तू खुद समझ। प्रथमै मन प्रबोध है, अपना पाछै अवर रिझावै। पहला सतगुरु कहंदे अपने मन नू प्रबोध, फिर किसी होर नू समझाउण दी गल करी। इसलिए ऐसा गुरमत रमत शरीरा, अपने शरीर अंदर ऐसी गुरु दी मत नू धारण कर कि हर भज मन मेरे मन गहर गंभीरा, कि ये मेरा मन उस गहर गंभीर वाहिगुरू नू सिमरन लग जावे। हे मन उस गहर गंभीर वाहिगुरू नू सिमर ते गुरु दी मत लै। रहा अनंत तरंग भगत हर रंगा। जदों
ਬੰਦਾ ਗੁਰੂ ਦੀ ਮੱਤ ਲੈ ਲੈਂਦਾ ਹੈ ਤਾਂ ਉਸ ਨੂੰ ਭਗਤੀ ਦਾ ਰੰਗ ਚੜ੍ਹਦਾ ਹੈ। ਭਗਤੀ ਦਾ ਰੰਗ ਸਤਿਗੁਰੂ ਕਹਿੰਦੇ ਬੜੀਆਂ ਤਰੰਗਾਂ ਨੇ ਇਹਦੀਆਂ। ਅਨੰਤ ਤਰੰਗ ਭਗਤ ਹਰ ਰੰਗਾ, ਆਨੰਦਨ ਸੂਚੇ ਹਰ ਗੁਣ ਸੰਗਾ। ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਸਤਿਗੁਰੂ ਕਹਿੰਦੇ ਉਹ ਸੁੱਚੇ ਹੋ ਜਾਂਦੇ। ਆਨੰਦਨ ਸੂਚੇ, ਹਮੇਸ਼ਾ ਲਈ ਸੁੱਚੇ। ਉਹਨਾਂ ਦੇ ਅੰਦਰ ਸੁੱਚਮਤਾ ਆ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਸਿਰਫ ਹੱਥ ਪੈਰ ਸੁੱਚੇ ਨੇ ਤੇ ਅੰਦਰ ਭਗਤੀ ਨਹੀਂ ਹੈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਸੁੱਚੇ ਨਹੀਂ ਕਿਹਾ ਜਾ ਸਕਦਾ। ਆਪਾਂ ਪੜ੍ਹਦੇ ਨਾ ਗੁਰੂ ਨਾਨਕ ਸਾਹਿਬ ਦਾ ਬਚਨ, ਸਤਿਗੁਰੂ ਕਹਿੰਦੇ ਸੂਚੇ ਇਹ ਨਾ ਆਖੀਆਂ, ਉਹਨਾਂ ਨੂੰ ਸੁੱਚੇ ਨਹੀਂ ਕਹਿੰਦੇ। ਬਹਿਣ ਜੇ ਪਿੰਡਾ ਧੋਏ, ਜਿਹੜੇ ਸਰੀਰ ਨੂੰ ਧੋ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਸੁੱਚੇ ਨਹੀਂ ਕਹਿੰਦੇ। ਅਸੀਂ ਜਿੰਨਾ ਮਰਜ਼ੀ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰ ਲਈਏ ਪਰ ਪਵਿੱਤਰ ਨਹੀਂ ਹੁੰਦੇ। ਪਵਿੱਤਰ ਅਸਲ ਵਿੱਚ ਉਸ ਦਿਨ ਹੁੰਦੇ ਆ ਜਿਸ ਦਿਨ ਵਾਹਿਗੁਰੂ ਦੀ ਭਗਤੀ ਸਾਡੇ ਅੰਦਰ ਆ ਜਾਂਦੀ ਹੈ, ਜਿਸ ਦਿਨ ਉਹਦੀ ਬੰਦਗੀ ਸਾਡੇ ਅੰਦਰ ਆ ਜਾਂਦੀ। ਸਤਿਗੁਰੂ ਕਹਿੰਦੇ ਭਗਤ ਹਰ ਰੰਗਾ, ਅੰਦਿਨ ਸੂਚੇ ਹਰ ਗੁਣ ਸੰਗਾ। ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਉਹਦੀ ਭਗਤੀ ਕਰਕੇ ਬੰਦਾ ਸੁੱਚਾ ਹੁੰਦਾ ਹੈ। ਮਿਥਿਆ ਜਨਮ ਸਾਕਤ ਸੰਸਾਰਾ, ਸਾਕਤ ਬੰਦੇ ਦਾ ਇਸ ਸੰਸਾਰ ਵਿੱਚ ਜੀਵਨ, ਉਹਦਾ ਜਨਮ ਮਿਥਿਆ ਹੈ, ਬੇਕਾਰ। ਉਹਦਾ ਜੀਵਨ ਬੇਕਾਰ ਗਿਆ। ਕਿਉਂ? ਕਿਉਂਕਿ ਸਤਿਗੁਰੂ ਕਹਿੰਦੇ ਉਸ ਨੇ ਵਾਹਿਗੁਰੂ ਦੇ ਨਾਮ ਨਾਲ ਸਾਂਝ ਨਹੀਂ ਪਾਈ। ਉਹਨੇ ਸਿਰਫ ਸਰੀਰ ਨੂੰ ਹੀ ਸਾਫ਼ ਸੁਥਰਾ ਰੱਖਿਆ, ਉਹਨੇ ਸਰੀਰ ਨੂੰ ਹੀ ਸੁੱਚਾ ਰੱਖਿਆ, ਉਹਨੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਸੁੱਚਾ ਕਰਿਆ ਹੀ ਨਹੀਂ। ਉਹਨੇ ਮਨ ਦੀ ਮੈਲ ਨੂੰ ਦੂਰ ਕੀਤਾ ਹੀ ਨਹੀਂ, ਉਹ ਸਿਰਫ ਸਰੀਰ ਦੀ ਮੈਲ ਨੂੰ ਦੂਰ ਕਰਨ ਤੇ ਲੱਗਾ ਰਿਹਾ ਸਾਰੀ ਜ਼ਿੰਦਗੀ। ਇਸ ਲਈ ਉਹਦਾ ਜਨਮ ਮਿਥਿਆ, ਉਹਦਾ ਜਨਮ ਬੇਕਾਰ ਗਿਆ। ਮਿਥਿਆ ਜਨਮ ਸਾਕਤ ਸੰਸਾਰਾ, ਰਾਮ ਭਗਤ ਜਨ ਰਹਿ ਨਿਰਾਰਾ। ਜਿਹੜਾ ਵਾਹਿਗੁਰੂ ਦਾ ਭਗਤ ਹੈ ਨਾ, ਵਾਹਿਗੁਰੂ ਦੀ ਭਗਤੀ ਵਿੱਚ ਲੱਗਾ, ਸਤਿਗੁਰੂ ਕਹਿੰਦੇ ਉਹ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਕਾਲਖ ਤੋਂ ਨਿਆਰਾ ਰਹਿੰਦਾ। ਉਹ ਕਾਲਖ ਦੇ ਵਿੱਚ ਰਹਿ ਕੇ ਵੀ ਕਾਲਖ ਉਸ ਦਾ ਕੁਝ ਨਹੀਂ ਵਿਗਾੜਦੀ। ਉਹਨੂੰ ਢੰਗ ਆ ਗਿਆ ਮਾਇਆ ਦੇ ਵਿੱਚ ਰਹਿਣ ਦਾ, ਉਹਨੂੰ ਢੰਗ ਆ ਗਿਆ ਕਾਲਖ ਦੇ ਵਿੱਚ ਰਹਿਣ ਦਾ। ਕਿਉਂ? ਮੈਲਾ ਹੀ ਨਹੀਂ ਹੁੰਦਾ ਕਦੇ, ਉਹ ਕਦੇ ਮੈਲਾ ਨਹੀਂ ਹੁੰਦਾ। ਜਿਵੇਂ ਮੁਰਗਾਬੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਰਹਿੰਦੀ ਹੈ ਪਰ ਪਾਣੀ ਵਿੱਚ ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਉਹ ਪਾਣੀ ਵਿੱਚ ਤੈਰਦੀ ਤੈਰਦੀ ਉਡਾਰੀ ਮਾਰ ਜਾਂਦੀ। ਗੁਰਮੁਖ ਉਹ ਮੁਰਗਾਬੀ ਵਰਗਾ ਹੈ, ਮਾਇਆ ਦੇ ਵਿੱਚ ਰਹਿੰਦਾ ਰਹਿੰਦਾ ਹੀ ਮਾਇਆ ਤੋਂ ਵੱਖਰਾ ਹੋ ਜਾਂਦਾ ਹੈ, ਪਾਣੀ ਉਹਨੂੰ ਛੂਹ ਵੀ ਨਹੀਂ ਪਾਉਂਦਾ। ਇਸ ਲਈ ਸਤਿਗੁਰੂ ਕਹਿੰਦੇ ਰਾਮ ਭਗਤ ਜਨ ਰਹਿ ਨਿਰਾਰਾ, ਸੂਚੀ ਕਾਇਆ ਹਰ ਗੁਣ ਗਾਇਆ। ਜਿਸ ਬੰਦੇ ਦੀ ਕਾਇਆ ਨੇ, ਜਿਸ ਬੰਦੇ ਦੀ ਦੇਹੀ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਸਤਿਗੁਰੂ ਕਹਿੰਦੇ ਉਹਦੀ ਕਾਇਆ ਸੁੱਚੀ ਹੋ ਗਈ। ਸੂਚੀ ਕਾਇਆ, ਸੁੱਚੀ, ਪਵਿੱਤਰ। ਉਹਦੀ ਦੇਹੀ ਪਵਿੱਤਰ, ਜਿਹੜੀ ਦੇਹੀ ਵਾਹਿਗੁਰੂ ਦੇ ਗੁਣ ਗਾਉਂਦੀ, ਜਿਹੜੀ ਦੇਹੀ ਉਹਦੀ ਸੇਵਾ ਵਿੱਚ ਲੱਗੀ ਹੋਈ, ਜਿਹਦੇ ਹੱਥ ਪੈਰ, ਜਿਹਦਾ ਸਰੀਰ ਗੁਰੂ ਦੀ ਸੇਵਾ ਵਿੱਚ ਜੁੜਿਆ, ਉਹਦੀ ਬੰਦਗੀ ਵਿੱਚ ਜੁੜਿਆ। ਸਤਿਗੁਰੂ ਕਹਿੰਦੇ ਉਹ ਸਰੀਰ ਸੁੱਚਾ ਹੋ ਗਿਆ। ਉਹ ਸਰੀਰ ਸੁੱਚਾ, ਉਹਦੇ ਵਰਗੀ ਸੁੱਚਮਤਾ ਕਿਸੇ ਕੋਲ ਵੀ ਨਹੀਂ ਹੈ। ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵ ਲਾਇਆ। ਆਤਮ ਨੂੰ ਚੀਨ ਕੇ, ਆਤਮ ਨੂੰ, ਹਿਰਦੇ ਨੂੰ, ਉਸਨੇ ਆਪਣੇ ਹਿਰਦੇ ਨੂੰ ਚੀਨਿਆ, ਆਪਣੇ ਹਿਰਦੇ ਨੂੰ ਖੋਜਿਆ, ਆਪਣੇ ਅੰਦਰ ਨੂੰ। ਖਿਆਲ ਰੱਖਣਾ, ਆਤਮ ਨੂੰ ਹੀ ਖੋਜਣਾ। ਅਸਲ ਵਿੱਚ ਬੰਦੇ ਦਾ ਜੀਵਨ ਇੱਕ ਖੋਜ ਹੈ। ਇੱਕ ਖੋਜ ਬਾਹਰ ਦੀ ਹੈ ਤੇ ਇੱਕ ਖੋਜ ਅੰਦਰ ਦੀ ਹੈ। ਬਾਹਰ ਦੀ ਖੋਜ ਦਾ ਨਾਮ ਵਿਗਿਆਨ ਹੈ ਤੇ ਅੰਦਰ ਦੀ ਖੋਜ ਦਾ ਨਾਮ ਧਰਮ ਹੈ। ਬਾਹਰ ਦੀ ਖੋਜ ਨੂੰ ਲੋਕ ਬਹੁਤ ਛੇਤੀ
उस पासे खोजण लग जाते हैं, पर अंदर की खोज नूं कोई विरले विरले तुरते हैं। बाहर की खोज पदार्थ की खोज है, ते अंदर की खोज परमार्थ की खोज है। सतगुरु कहते जिन्हें आत्म नूं चीन्या, आत्म नूं खोजिया, ਉਹਦੀ ਵਾਹਿਗੁਰੂ ਵਿੱਚ ਲਿਵ ਲੱਗ ਗਈ, ਉਹਦੀ ਵਾਹਿਗੁਰੂ ਵਿੱਚ ਲਿਵ ਲੱਗ ਗਈ। ਜਿਹਨੇ ਆਤਮ ਨੂੰ ਖੋਜਿਆ, ਆਤਮ ਚੀਨ ਰਹਿ ਲਿਵ ਲਾਇਆ, ਆਦ ਅਪਾਰ ਅਪਰੰਪਰ ਹੀਰਾ। ਉਸ ਵਾਹਿਗੁਰੂ ਦਾ ਨਾਮ ਹੀ ਸਭ ਦਾ ਆਦ, ਸਭ ਦਾ ਮੁੱਢ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਅਪਾਰ, ਜਿਹਦਾ ਪਾਰ ਨਹੀਂ ਪਾ ਸਕਦੇ, ਅਪਰੰਪਰ ਜਿਹੜਾ ਅਪਰੰਪਾਰ ਹੈ। ਲਾਲ ਰੱਤਾ ਮੇਰਾ ਮਨ ਧੀਰਾ, ਮੇਰਾ ਮਨ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ, ਉਸ ਪਰਮੇਸ਼ਰ ਦੇ ਰੰਗ ਵਿੱਚ ਲਾਲ ਰੰਗਾ, ਲਾਲ ਰੱਤਾ ਉਹਦੇ ਪ੍ਰੇਮ ਵਿੱਚ ਰੰਗਿਆ ਗਿਆ, ਉਹਦੇ ਗੁਣਾਂ ਨੂੰ ਗਾ ਕੇ। ਤੇ ਮੇਰੇ ਮਨ ਨੇ ਧੀਰਜ ਫੜ ਲਿਆ, ਮੇਰਾ ਮਨ ਧੀਰਾ। ਹੁਣ ਧੀਰਜ ਆਇਆ, ਹੁਣ ਇਸ ਮਨ ਨੂੰ ਟਿਕਾ ਆਇਆ ਜਦੋਂ ਉਹਦੇ ਰੰਗ ਵਿੱਚ ਰੰਗ ਗਿਆ, ਜਦੋਂ ਉਹਦੇ ਨਾਲ ਜੁੜ ਗਿਆ। ਉਹਦੇ ਨਾਲ ਜੁੜੇ ਬਿਨਾਂ ਧੀਰਜ ਨਹੀਂ ਜੇ ਆਉਂਦਾ, ਉਹਦੇ ਨਾਲ ਜੁੜੇ ਬਿਨਾਂ ਧੀਰਜ ਨਹੀਂ ਆਉਂਦਾ। ਜਦੋਂ ਆਪਣਾ ਧੀ ਪੁੱਤ ਕੋਈ ਕਿਸੇ ਵਿਦੇਸ਼ ਵਿੱਚ ਗਿਆ ਹੋਵੇ ਤੇ ਉੱਥੇ ਮੁਸੀਬਤ ਵਿੱਚ ਫਸ ਜਾਏ, ਤੇ ਜਦੋਂ ਤੱਕ ਉਹ ਕੋਲ ਨਾ ਆ ਜਾਵੇ ਸਾਡੇ, ਸਾਨੂੰ ਉਦੋਂ ਤੱਕ ਟਿਕਾ ਨਹੀਂ ਆਉਂਦਾ, ਸਾਨੂੰ ਉਦੋਂ ਤੱਕ ਚੈਨ ਨਹੀਂ ਆਉਂਦਾ ਜਦੋਂ ਤੱਕ ਉਹਨੂੰ ਆਪਣੀਆਂ ਅੱਖਾਂ ਨਾਲ ਸਹੀ ਸਲਾਮਤ ਦੇਖ ਨਹੀਂ ਲੈਂਦੇ। ਬਿਲਕੁਲ ਐਸਾ ਹੀ ਸਮਝ ਲਵੋ ਕਿ ਜਦੋਂ ਤੱਕ ਸਾਡਾ ਮਨ ਵਾਹਿਗੁਰੂ ਨਾਲ ਨਹੀਂ ਨਾ ਜੁੜਦਾ, ਆਪਣੀਆਂ ਅੱਖਾਂ ਨਾਲ ਉਹਨੂੰ ਦੇਖ ਨਹੀਂ ਲੈਂਦਾ, ਉਦੋਂ ਤੱਕ ਮਨ ਧੀਰਜ ਨਹੀਂ ਫੜਦਾ, ਉਦੋਂ ਤੱਕ ਮਨ ਨੂੰ ਟਿਕਾ ਨਹੀਂ ਆਉਂਦਾ, ਚੈਨ ਨਹੀਂ ਆਉਂਦਾ। ਇਹ ਤੜਫਦਾ ਹੀ ਰਹਿੰਦਾ ਹੈ। ਇਹ ਮਨ ਭੱਜਦਾ ਹੀ ਰਹੇਗਾ ਉਨੀ ਦੇਰ ਤੱਕ, ਦੌੜਦਾ ਹੀ ਰਹੇਗਾ ਜਦ ਤੱਕ ਕੋਈ ਵਾਹਿਗੁਰੂ ਨਹੀਂ ਮਿਲ ਜਾਂਦਾ। ਇਸ ਲਈ ਸਤਿਗੁਰੂ ਕਹਿੰਦੇ ਲਾਲ ਰੱਤਾ ਮੇਰਾ ਮਨ ਧੀਰਾ, ਮੇਰਾ ਮਨ ਹੁਣ ਧੀਰ ਗਿਆ, ਹੁਣ ਟਿਕ ਗਿਆ। ਕਥਨੀ ਕਹਿ ਸੇ ਮੂਏ। ਪਰ ਜਿਹੜੇ ਲੋਕ ਸਿਰਫ ਗੱਲਾਂ ਹੀ ਕਰਦੇ ਨੇ, ਸਤਿਗੁਰੂ ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਮਰ ਜਾਂਦੇ ਨੇ, ਉਹਨਾਂ ਨੂੰ ਹਾਸਿਲ ਕੁਛ ਨਹੀਂ ਹੁੰਦਾ। ਸਿਰਫ ਗੱਲਾਂ, ਫੋਕੀਆਂ ਗੱਲਾਂ ਨੇ, ਹੋਰ ਕੁਛ ਵੀ ਨਹੀਂ। ਕਥਨੀ ਕਹਿ ਸੇ ਮੂਏ। ਸਿਰਫ ਕਥਨ ਕਰਦੇ ਰਹਿੰਦੇ ਨੇ, ਗੱਲਾਂ ਕਰਦੇ ਰਹਿੰਦੇ ਨੇ, ਧਰਮ ਦੀਆਂ ਗੱਲਾਂ, ਮਰਿਆਦਾ ਦੀਆਂ ਗੱਲਾਂ, ਸਿਮਰਨ ਦੀਆਂ ਗੱਲਾਂ, ਬਾਣੀ ਦੀਆਂ ਗੱਲਾਂ, ਇਤਿਹਾਸ ਦੀਆਂ ਗੱਲਾਂ ਹੀ ਨੇ, ਬਸ ਕਰਦੇ ਕੁਛ ਵੀ ਨਹੀਂ, ਉਹਦੇ ਮੁਤਾਬਕ ਤੁਰਦੇ ਹੈ ਹੀ ਨਹੀਂ, ਗੱਲਾਂ ਕਰਦੇ ਰਹਿੰਦੇ ਨੇ। ਸਤਿਗੁਰੂ ਕਹਿੰਦੇ ਐਸੇ ਬੰਦੇ ਖਾਲੀ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਨੇ, ਖਾਲੀ ਹੀ। ਕਹਿਣਾ ਬਹੁਤ ਕੁਛ ਹੈ, ਕਰਨਾ ਕੁਛ ਵੀ ਨਹੀਂ। ਕਥਨੀ ਕਹਿ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਸਤਿਗੁਰੂ ਕਹਿੰਦੇ ਉਹ ਪ੍ਰਭੂ ਦੂਰ ਨਹੀਂ ਹੈ, ਉਹ ਪ੍ਰਮਾਤਮਾ ਦੂਰ ਨਹੀਂ ਹੈ, ਉਹ ਨੇੜੇ ਹੈ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। हे ਵਾਹਿਗੁਰੂ ਤੂੰ ਤਾਂ ਨੇੜੇ ਹੀ ਹੈ, ਪਰ ਅਸੀਂ ਲੋਕ ਤੈਨੂੰ ਦੂਰ ਸਮਝਦੇ ਹਾਂ, ਅਸੀਂ ਲੋਕ ਤੈਨੂੰ ਦੂਰ ਜਾਣਦੇ ਹਾਂ, ਪਰ ਤੂੰ ਤਾਂ ਬਹੁਤ ਨੇੜੇ ਹੈ, ਬੜਾ ਨਜ਼ਦੀਕ ਹੈ ਸਾਡੇ, ਬੜਾ ਕੋਲ। ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹਾਥ ਪੈ ਨਹੀਂ ਰਹਿ, ਕਿ ਹੱਥਾਂ ਪੈਰਾਂ ਤੋਂ ਵੀ ਨੇੜੇ, ਬੜਾ ਨੇੜੇ। ਸਭ ਜਗ ਦੇਖਿਆ ਮਾਇਆ ਛਾਇਆ। ਇਹ ਸਾਰਾ ਜਗਤ ਸਤਿਗੁਰੂ ਕਹਿੰਦੇ ਦੇਖ ਲਿਆ, ਮਾਇਆ ਹੈ, ਛਾਇਆ ਹੈ, ਹੋਰ ਕੁਛ ਵੀ ਨਹੀਂ। ਜਿਵੇਂ ਪਰਛਾਵਾਂ ਹੈ ਨਾ, ਛਾਇਆ ਹੈ ਸਾਡੇ ਸਰੀਰ ਦੀ, ਕਿੰਨੀ ਦੇਰ ਤੱਕ ਹੈ? ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਚਾਨਣ ਹੈ। ਚਾਨਣ ਮਿਟਿਆ ਤਾਂ ਪਰਛਾਵਾਂ ਵੀ ਮਿਟ ਗਿਆ। ਸਤਿਗੁਰੂ ਕਹਿੰਦੇ ਸਭ ਜਗ ਦੇਖਿਆ ਛਾਇਆ ਮਾਇਆ। ਇਹ ਸੰਸਾਰ ਛਾਇਆ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ, ਬਸ ਥੋੜੇ ਸਮੇਂ ਵਾਸਤੇ ਹੀ ਹੈ। ਨਾਨਕ ਗੁਰਮਤਿ ਨਾਮ ਧਿਆਇਆ। ਜਿਹੜੇ ਗੁਰੂ ਦੀ ਮੱਤ ਤੇ ਤੁਰਦੇ ਨੇ ਉਹਨਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ। ਗੁਰੂ ਦੀ ਮੱਤ ਜਿਨ੍ਹਾਂ ਨੇ ਲਈ ਉਹਨਾਂ ਪਰਮੇਸ਼ਰ ਨੂੰ ਧਿਆਇਆ।
ਉਹਨਾਂ ਉਹਦੀ ਆਰਾਧਨਾ ਕਰੀ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਗੁਰੂ ਦੀ ਮੱਤ ਲੈ ਕੇ ਉਸ ਵਾਹਿਗੁਰੂ ਨੂੰ ਹਮੇਸ਼ਾ ਸਿਮਰਦੇ ਰਹੀਏ, ਗੁਰੂ ਦੀ ਮੱਤ ਤੇ ਚੱਲੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਕਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।